Dear student, welcome to my YouTube channel Deep Classes of Physics। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅਸੀਂ ਜਿਹੜਾ ਹੈ ਵੈਕਟਰ ਚੈਪਟਰ ਜਿਹੜਾ ਆਪਾਂ ਸਟਾਰਟ ਕੀਤਾ ਹੋਇਆ ਤੇ ਆਈ ਹੋਪ ਕਿ ਤੁਸੀਂ ਜਿਹੜਾ ਵੈਕਟਰ ਚੈਪਟਰ ਦਾ ਪਹਿਲਾ ਪਾਰਟ ਜਿਹੜਾ ਹੈ ਬੜੇ ਅੱਛੇ ਤਰੀਕੇ ਨਾਲ ਬੇਟਾ ਤੁਸੀਂ ਸਮਝ ਲਿਆ ਹੋਵੇਗਾ। ਅੱਜ ਅਸੀਂ ਵੈਕਟਰ ਦਾ ਜਿਹੜਾ ਹੈ ਪਾਰਟ ਸੈਕੰਡ ਜਿਹੜਾ ਅਸੀਂ ਹੁਣ ਡਿਸਕਸ ਕਰਨ ਜਾ ਰਹੇ ਹਾਂ। ਪਹਿਲੇ ਪਾਰਟ ਦੇ ਵਿੱਚ ਅਸੀਂ ਸਟੱਡੀ ਕੀਤਾ ਕਿ ਵੈਕਟਰ ਉਹ ਕੁਆਂਟੀਟੀ ਹੈ ਜਿਹਦਾ ਮੈਗਨੀਟਿਊਡ ਤੇ ਜਿਹਦੀ ਆਪਣੀ ਜਿਹੜੀ ਹੈ ਡਾਇਰੈਕਸ਼ਨ ਹੁੰਦੀ ਹੈ। ਅਸੀਂ ਫਿਜ਼ੀਕਲ ਕੁਆਂਟੀਟੀ ਨੂੰ ਦੋ ਕੈਟਾਗਰੀ ਚ ਵੰਡਦਾ ਸੀਗਾ, ਸਕੇਲਰ ਫਿਜ਼ੀਕਲ ਕੁਆਂਟੀਟੀ ਐਂਡ ਦਾ ਸੈਕੰਡ ਵਨ ਵਾਸ ਦਾ ਵੈਕਟਰ ਫਿਜ਼ੀਕਲ ਕੁਆਂਟੀਟੀ। ਸਕੇਲਰ ਫਿਜ਼ੀਕਲ ਕੁਆਂਟੀਟੀ ਵਿੱਚ ਮਾਸ, ਲੈਂਥ, ਟਾਈਮ ਤੇ ਜਿਹੜੇ ਅਰਥਮੈਟਿਕ ਆਪਰੇਸ਼ਨ ਦੇ ਜਿੰਨੇ ਵੀ ਰੂਲਸ ਨੇ ਉੱਥੇ ਐਪਲੀਕੇਬਲ ਹੁੰਦੇ ਨੇ, ਪਰ ਜਿਹੜੀਆਂ ਵੈਕਟਰ ਫਿਜ਼ੀਕਲ ਕੁਆਂਟੀਟੀਜ਼ ਨੇ ਜਿਨ੍ਹਾਂ ਦੀ ਡਾਇਰੈਕਸ਼ਨ ਹੁੰਦੀ ਹੈ ਉਹਦੇ ਵਾਸਤੇ ਸਾਨੂੰ ਵੈਕਟਰ ਅਲਜਬਰਾ ਜਿਹੜਾ ਹੈ ਉਹ ਆਪਾਂ ਡਿਸਕਸ ਕਰਾਂਗੇ। ਹਾਲੇ ਵੈਕਟਰ ਅਲਜਬਰਾ ਜਿਹੜਾ ਹੈ ਨੈਕਸਟ ਜਿਹੜੇ ਸਾਡੇ ਪਾਰਟਸ ਆਣਗੇ ਉਹਦੇ ਵਿੱਚ ਅਸੀਂ ਡਿਸਕਸ ਕਰਾਂਗੇ। ਆਓ ਸਭ ਨਾਲ ਪਹਿਲਾਂ ਅਸੀਂ ਦੇਖੀਏ ਕਿ ਜਿਹੜਾ ਅਸੀਂ ਫਸਟ ਪਾਰਟ ਵਿੱਚ ਪੜਿਆ ਕੀ ਸਾਨੂੰ ਥੋੜਾ ਬਹੁਤਾ ਚੇਤਾ ਹੈ। ਇੱਕ ਮੈਂ ਛੋਟਾ ਜਿਹਾ ਇੱਥੇ ਕੁਐਸਚਨ ਲਿਖਿਆ ਹੈ, ਆ ਦੇਖੋ, ਇੱਕ ਵੈਕਟਰ A ਹੈ, ਉਹਨੂੰ ਤੁਸੀਂ ਇਸ ਤਰ੍ਹਾਂ ਰਿਪਰੈਜ਼ੈਂਟ ਕਰਤਾ। ਇਹ ਵੈਕਟਰ ਦੀ ਟੇਲ, ਇਹ ਵੈਕਟਰ ਦੀ ਟਿਪ, ਠੀਕ ਹੈ, ਇਹ ਵੈਕਟਰ A ਹੈ। ਨਾਓ ਪਲੀਜ਼ ਟੈਲ ਇਹਨਾਂ ਤਿੰਨਾਂ ਆਪਸ਼ਨ ਦੇ ਵਿੱਚੋਂ A, B ਤੇ C ਦੇ ਵਿੱਚੋਂ which one is the negative A ਵੈਕਟਰ। ਇਹਨਾਂ ਵਿੱਚੋਂ ਜਿਹੜਾ ਹੈ -A ਵੈਕਟਰ ਕਿਹੜਾ ਹੋਏਗਾ। ਕੱਲ ਤੁਸੀਂ ਧਿਆਨ ਨਾਲ ਪੜਿਆ ਸੀ ਕਿ ਨੈਗੇਟਿਵ A ਵੈਕਟਰ ਉਹ ਹੁੰਦਾ ਹੈ ਜਿਹਦੀ ਡਾਇਰੈਕਸ਼ਨ ਆਪੋਜ਼ਿਟ ਹੁੰਦੀ ਹੈ। ਹੁਣ ਦੇਖੋ ਆਹ ਵੈਕਟਰ ਅਲੋਂਗ ਦਿਸ ਸਾਈਡ, ਇਹ ਉਹਦੇ ਆਪੋਜ਼ਿਟ ਹੈ, ਇਹ ਵਾਲਾ ਵੈਕਟਰ ਵੀ ਆਪੋਜ਼ਿਟ ਹੈ ਤੇ ਆਹ ਤੁਹਾਡਾ ਸੇਮ ਡਾਇਰੈਕਸ਼ਨ 'ਚ ਹੈ। ਇਹਦਾ ਮਤਲਬ ਇਹਦਾ ਨੈਗੇਟਿਵ ਇਹਨਾਂ ਦੋਨਾਂ ਦੇ ਵਿੱਚੋਂ ਹੋਏਗਾ। ਕਲੀਅਰ? ਪਰ ਨੈਗੇਟਿਵ ਵੈਕਟਰ ਦੀ ਕੰਡੀਸ਼ਨ ਦੋ ਨੇ, ਇੱਕ ਡਾਇਰੈਕਸ਼ਨ ਉਹਦੀ ਆਪੋਜ਼ਿਟ ਹੋਣੀ ਚਾਹੀਦੀ ਹੈ, ਪਲੱਸ ਮੇਨ ਕੰਡੀਸ਼ਨ ਕੀ ਹੈ, ਉਹਦਾ ਮੈਗਨੀਟਿਊਡ ਜਿਹੜਾ ਹੈ A ਵੈਕਟਰ ਦੇ ਬਿਲਕੁਲ ਸੇਮ ਹੋਣਾ ਚਾਹੀਦਾ ਹੈ। ਤੇ ਆ ਜਿਹੜਾ ਮੈਗਨੀਟਿਊਡ ਜਿਹੜਾ ਸ਼ੋ ਕਰਦਾ ਉਹਦੀ ਲੈਂਥ, ਵੈਕਟਰ ਦੀ ਜਿਹੜੀ ਲੈਂਥ ਹੁੰਦੀ ਹੈ ਉਹ ਸਾਨੂੰ ਮੈਗਨੀਟਿਊਡ ਦੱਸਦੀ ਹੈ। ਤੇ ਇਹਦੇ ਵਿੱਚ ਦੇਖੋ ਲੈਂਥ ਜ਼ਿਆਦਾ ਹੈ, ਆਹ ਵਾਲਾ ਦੇਖੋ ਲਗਭਗ ਅਪਰੋਕਸੀਮੇਟਲੀ ਜਿਹੜਾ ਹੈ ਇਹਦੀ ਲੈਂਥ ਇਹਦੇ ਬਿਲਕੁਲ ਬਰਾਬਰ ਹੈ। ਇਹਦਾ ਮਤਲਬ ਜਿਹੜਾ ਆਪਸ਼ਨ A ਜਿਹੜਾ ਹੈ it will be the correct answer. This will be the -A vector because direction opposite and magnitude are equal. Okay, ਇਹ ਤੁਹਾਨੂੰ ਪਤਾ ਲੱਗ ਗਿਆ ਕਿ ਜਿਹੜਾ ਵੈਕਟਰ ਨੂੰ ਅਸੀਂ ਰਿਪਰੈਜ਼ੈਂਟ ਕਰਨਾ ਹੈ ਉਹਦੇ ਉੱਤੇ ਤੁਸੀਂ ਵੈਕਟਰ ਜ਼ਰੂਰ ਪਾਣਾ ਹੈ। ਹੁਣ ਦੱਸੋ ਜੇ ਸਾਈਡਾਂ ਦੇ ਉੱਤੇ ਅਸੀਂ ਆਹ ਚੀਜ਼ ਪਾ ਦਿੰਨੇ ਆ, ਮੰਨ ਲਓ ਦੋ ਲਾਈਨਾਂ ਖਿੱਚ ਦਿੰਨੇ ਆ, ਇਹਨੂੰ ਵੀ ਤੁਸੀਂ ਯਾਦ ਕੀਤਾ ਹੋਏਗਾ। ਇਹਨੂੰ ਅਸੀਂ ਕੀ ਰੀਡ ਕਰਦੇ ਸੀਗੇ, ਮੈਗਨੀਟਿਊਡ ਆਫ ਵੈਕਟਰ A, ਤੇ ਇਹ ਕੀ ਦੇ ਇਕੁਅਲ ਹੁੰਦਾ ਵਿੱਚ, ਇਟ ਇਜ਼ ਇਕੁਅਲ ਟੂ A। ਜਿਹੜਾ A ਵੈਕਟਰ ਹੈ ਇਟ ਮੇ ਬੀ ਫੋਰਸ, ਇਟ ਮੇ ਬੀ ਲੀਨੀਅਰ ਮੋਮੈਂਟਮ ਐਟਸੈਟਰਾ। ਨਾਓ ਕਮ ਟੂ ਟੂਡੇਜ਼ ਟੌਪਿਕ। ਇਹਨੂੰ ਬੇਟਾ ਅੱਜ ਧਿਆਨ ਨਾਲ ਕਰਨਾ। ਅਸੀਂ ਇਹ ਦੋ ਮੇਨ ਟੌਪਿਕ ਜਿਹੜੇ ਨੇ ਅਸੀਂ ਅੱਜ ਡਿਸਕਸ ਕਰਾਂਗੇ ਤੇ ਇਸ ਤੋਂ ਇਲਾਵਾ ਇੱਕ ਟੌਪਿਕ ਹੋਰ ਹੈ ਸਾਡੇ ਕੋਲ, ਠੀਕ ਹੈ, ਮਲਟੀਪਲੀਕੇਸ਼ਨ ਵਾਲਾ ਵੈਕਟਰ ਦੀ ਵਿਦ ਰੀਅਲ ਨੰਬਰ, ਉਹਨੂੰ ਵੀ ਆਪਾਂ ਡਿਸਕਸ ਕਰਨਾ ਹੈ। ਸਭ ਨਾਲੋਂ ਪਹਿਲਾਂ ਸਾਡੇ ਕੋਲ ਟੌਪਿਕ ਹੈ ਵਾਟ ਇਜ਼ ਪੋਜੀਸ਼ਨ ਵੈਕਟਰ। ਇੱਕ ਨਵਾਂ ਵੈਕਟਰ ਆਇਆ ਦੇਖੋ, that is called the position vector. How to understand this? ਅਸੀਂ ਇਹਨੂੰ ਅੰਡਰਸਟੈਂਡ ਕਰਨ ਵਾਸਤੇ ਦੇਖੋ, ਅਸੀਂ ਇੱਕ ਕੋਆਰਡੀਨੇਟ ਐਕਸਿਸ ਪਲਾਟ ਕੀਤੀ ਹੈ, x ਐਕਸਿਸ, y ਐਕਸਿਸ। ਇਟ ਇਜ਼ ਅ ਟੂ ਡਾਈਮੈਂਸ਼ਨਲ, x ਐਕਸਿਸ ਹੈ, y ਐਕਸਿਸ ਹੈ, ਪਲੇਨ ਫਿਗਰ ਹੈ, x y ਪਲੇਨ। ਕਲੀਅਰ? ਤੇ ਜੇ ਮੈਂ ਇੱਥੇ ਬੇਟਾ ਇੱਕ z ਐਕਸਿਸ ਵੀ ਪਾ ਦਿੰਦਾ ਉਹ ਤੁਹਾਡੀ ਜਿਹੜੀ ਹੈ ਸਪੇਸ ਬਣ ਜਾਣੀ ਸੀ। ਇਹ ਸਾਡੇ ਕੋਲ ਟੂ ਡਾਈਮੈਂਸ਼ਨ ਜਿਹੜੀ ਹੈ ਉਹ ਫਿਗਰ ਹੈ, x axis and y axis. Suppose a body या एक particle, कोई भी चीज है, it is at point P. कोई बॉडी है आफ्टर टाइम t, मान लो कि आफ्टर कुछ टाइम बीत गया, आफ्टर टाइम t बॉडी इज एट पॉइंट P. बॉडी ਜਿਹੜੀ ਹੈ ਉਹ P ਪੁਆਇੰਟ ਤੇ ਹੈਗੀ। If I want to represent its position
ਜੇ ਮੈਂ ਇਹਦੀ ਪੋਜੀਸ਼ਨ ਦੱਸਣਾ ਚਾਹੁੰਦਾ ਹੈ ਕਿ ਬਾਡੀ ਕਿੱਥੇ ਹੈ with respect to origin, ਇਹ ਸਾਡਾ origin ਹੁੰਦਾ ਹੈ। if I want to show its position with respect to origin, then what I will do, I will just plot a vector। origin ਤੋਂ show ਕਰਨੀ ਹੈ, ਅਸੀਂ ਇੱਥੋਂ ਇੱਕ ਵੈਕਟਰ ਡਰਾ ਕਰਾਂਗੇ ਤੇ ਉਸ ਵੈਕਟਰ ਦੀ ਜਿਹੜੀ ਟੇਲ ਹੈ ਉਹ origin ਤੇ ਹੋਏਗੀ ਤੇ ਉਹਦੀ ਜਿਹੜੀ ਟਿਪ ਹੈ ਨਾ ਉਹ P ਪੁਆਇੰਟ ਤੇ ਹੋਏਗੀ ਜਿੱਥੇ ਸਾਡੀ ਜਿਹੜੀ ਬਾਡੀ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ। and then that vector, it gives the position of a body with respect to origin। ਉਹ ਸਾਨੂੰ ਬਾਡੀ ਦੀ ਪੋਜੀਸ਼ਨ ਦੱਸ ਰਿਹਾ ਹੈ। ਆਹ ਵਾਲਾ ਵੈਕਟਰ ਜਿਹੜਾ ਹੈ ਬਾਡੀ ਦੀ ਪੋਜੀਸ਼ਨ ਦੱਸ ਰਿਹਾ ਹੈ ਕਿ origin ਤੋਂ ਬਾਡੀ ਜਿਹੜੀ ਹੈ ਉਹ ਕਿੰਨਾ ਦੂਰ ਹੈ ਤੇ ਕਿਸ ਡਾਇਰੈਕਸ਼ਨ 'ਚ ਜਿਹੜੀ ਹੈ ਉਹ ਬਾਡੀ ਹੈਗੀ ਹੈ। ਇਹਨੇ x ਐਕਸਿਸ ਨਾਲ ਕਿੰਨਾ ਐਂਗਲ ਬਣਾਇਆ ਹੈ, ਇਹ ਐਂਗਲ ਵੀ ਫਾਈਂਡ ਕਰ ਸਕਦੇ ਹਾਂ ਅਸੀਂ। ਇਹ ਐਂਗਲ ਦੇ ਅਕੋਰਡਿੰਗ ਸਾਨੂੰ ਇੱਕ ਤੇ ਬਾਡੀ ਦੀ ਡਾਇਰੈਕਸ਼ਨ ਪਤਾ ਲੱਗ ਗਈ, ਪਲੱਸ ਇਥੋਂ ਇਹਦਾ ਸਾਡਾ ਜਿਹੜਾ ਡਿਸਟੈਂਸ ਵੀ ਅਸੀਂ ਇਹਦਾ ਨੋਟ ਕਰ ਸਕਦੇ ਹਾਂ। ਐਂਡ ਦਿਸ OP ਵੈਕਟਰ ਇਜ਼ ਕਾਲਡ, ਇਸ OP ਵੈਕਟਰ ਨੂੰ ਅਸੀਂ ਕੀ ਬੋਲਦੇ ਹਾਂ, ਇਟ ਇਜ਼ ਕਾਲਡ ਦਾ ਪੋਜੀਸ਼ਨ ਵੈਕਟਰ। ਇਹ ਸਾਡਾ ਹੈਗਾ ਬਾਡੀ ਦਾ ਪੋਜੀਸ਼ਨ ਵੈਕਟਰ ਤੇ ਪੋਜੀਸ਼ਨ ਵੈਕਟਰ ਨੂੰ ਅਸੀਂ ਹਮੇਸ਼ਾ ਧਿਆਨ ਰੱਖਣਾ ਹੈ ਸਮਾਲ r ਦੇ ਨਾਲ ਅਸੀਂ ਇਹਨੂੰ ਰਿਪਰੈਜ਼ੈਂਟ ਕਰਦੇ ਹਾਂ। ਵਾਟ ਇਜ਼ ਸਮਾਲ r? ਇਟ ਇਜ਼ ਅ ਪੋਜੀਸ਼ਨ ਵੈਕਟਰ ਆਫ ਅ ਬਾਡੀ p ਵਿਦ ਰਿਸਪੈਕਟ ਟੂ origin। origin ਦੇ ਅਕੋਰਡਿੰਗ ਬਾਡੀ ਦੀ ਜਿਹੜੀ ਹੈ ਪੋਜੀਸ਼ਨ ਦੱਸਣ ਵਾਲਾ ਵੈਕਟਰ, ਇਹਨੂੰ ਅਸੀਂ ਬੋਲਦੇ ਹਾਂ ਪੋਜੀਸ਼ਨ ਵੈਕਟਰ। ਐਂਡ ਇਹਨੂੰ ਕੀ ਪੜੋਗੇ OP, O ਤੋਂ P। ਬੇਟਾ ਇਹਨੂੰ PO ਨਹੀਂ ਲਿਖਣਾ, ਜਿੱਥੇ ਟੇਲ ਹੈ ਉੱਥੋਂ ਸ਼ੁਰੂ ਕਰਨਾ ਹੈ ਤੇ ਜਿੱਥੇ ਟਿਪ ਹੈ ਉਹ ਅੱਖਰ ਬਾਅਦ ਚੋਂ ਆਏਗਾ। OP vector is called the position vector and what is the value of OP vector? It is equal to R vector। ਹਮੇਸ਼ਾ position vector ਨੂੰ ਅਸੀਂ small letter R ਦੇ ਨਾਲ ਜਿਹੜਾ ਹੈ ਅਸੀਂ ਇਹਨੂੰ ਰਿਪਰੈਜ਼ੈਂਟ ਕਰਦੇ ਹਾਂ। I think ਕਿ ਤੁਹਾਨੂੰ ਪਤਾ ਲੱਗ ਗਿਆ position vector ਕੀ ਹੈ। ਬਾਡੀ ਦੀ ਪੋਜੀਸ਼ਨ ਦੱਸਣ ਵਾਲਾ ਵੈਕਟਰ, ਬਾਡੀ ਦੀ ਪੋਜੀਸ਼ਨ ਦੱਸਣ ਵਾਲਾ ਵੈਕਟਰ ਵਿਦ ਰਿਸਪੈਕਟ ਟੂ origin। origin ਤੋਂ ਬਾਡੀ ਕਿਸ ਡਾਇਰੈਕਸ਼ਨ 'ਚ ਹੈ ਤੇ origin ਤੋਂ ਉਹਦਾ ਜਿਹੜਾ ਹੈ ਡਿਸਟੈਂਸ ਜਿਹੜਾ ਹੈ ਸਟ੍ਰੇਟ ਜਿਹੜੀ ਲਾਈਨ ਜਿਹੜਾ ਡਿਸਟੈਂਸ ਹੈ ਉਹ ਕਿੰਨਾ ਹੈ, ਉਹ ਅਸੀਂ ਪੋਜੀਸ਼ਨ ਵੈਕਟਰ ਤੋਂ ਜਿਹੜਾ ਹੈ ਉਹਦਾ ਫਾਈਂਡ ਆਊਟ ਕਰ ਸਕਦੇ ਹਾਂ। ਹਾਂਜੀ, ਆਈ ਥਿੰਕ ਕਲੀਅਰ। ਬਟ ਇੱਕ ਚੀਜ਼ ਨੋਟ ਕਰ ਲਓ, ਪੋਜੀਸ਼ਨ ਵੈਕਟਰ ਵਾਸਤੇ ਹਮੇਸ਼ਾ ਬਾਡੀ ਦੀ ਪੋਜੀਸ਼ਨ origin ਤੋਂ ਰਿਪਰੈਜ਼ੈਂਟ ਕਰਨੀ ਹੈ। ਕਲੀਅਰ। ਇੱਥੇ ਬਾਡੀ ਕਦੋਂ ਸੀ? ਜਦੋਂ ਟਾਈਮ ਸੀਗਾ ਬੇਟਾ t, 2 ਸੈਕਿੰਡ ਬਾਅਦ, 10 ਸੈਕਿੰਡ ਬਾਅਦ, ਠੀਕ ਹੈ, ਕਿਸੇ ਟਾਈਮ ਤੇ ਬਾਡੀ ਇੱਥੇ ਸੀ। ਹੋਇਆ ਕਿ ਥੋੜਾ ਜਿਹਾ ਟਾਈਮ ਚੇਂਜ ਹੋ ਗਿਆ ਐਂਡ ਬਾਡੀ ਨੇ ਆਪਣੀ ਪੋਜੀਸ਼ਨ ਜਿਹੜੀ ਹੈ ਉਹ ਚੇਂਜ ਕਰ ਲਈ। ਬਾਡੀ ਜਿਹੜੀ ਹੈ ਇੱਥੋਂ ਚੇਂਜ ਕਰਕੇ ਸਪੋਜ਼ ਬਾਡੀ ਜਿਹੜੀ ਹੈ ਇਸ ਪੋਜੀਸ਼ਨ ਤੇ ਆ ਜਾਂਦੀ ਹੈ। ਹਾਂਜੀ, ਬਾਡੀ ਜਿਹੜੀ ਹੈ ਇਸ ਪੋਜੀਸ਼ਨ ਤੇ ਆ ਗਈ, Q ਪੁਆਇੰਟ ਤੇ ਆ ਗਈ। ਫੋਰ ਐਗਜ਼ਾਮਪਲ ਕੋਈ ਮੰਨ ਲਓ ਸਾਡਾ ਫਰਸ਼ ਹੈ, ਫਲੋਰ, 2 ਡਾਈਮੈਂਸ਼ਨ ਫਿਗਰ ਹੈ, ਪਲੇਨ। ਇੱਥੇ ਕੋਈ ਕਾਕਰੋਚ ਸੀਗਾ, ਉਹਦੀ ਪੋਜੀਸ਼ਨ ਅਸੀਂ origin ਤੋਂ ਆਪਾਂ ਦੇਖ ਰਹੇ ਸੀ ਪਹਿਲਾਂ, ਉਹ ਆ ਸੀ ਤੇ ਕੁਝ ਟਾਈਮ ਬਾਅਦ ਕੀ ਹੋਇਆ, ਉਹ ਕਾਕਰੋਚ ਮੂਵ ਕਰਕੇ ਇੱਥੇ ਪਹੁੰਚ ਗਿਆ, ਨਵੀਂ ਪੋਜੀਸ਼ਨ ਤੇ ਪਹੁੰਚ ਗਿਆ। ਮੰਨ ਲਓ ਟਾਈਮ, ਨਵਾਂ ਟਾਈਮ ਕਿੰਨਾ ਮੰਨ ਲਿਆ ਸੀ, ਆਫਟਰ ਟਾਈਮ t ਡੈਸ਼ ਬਾਡੀ ਰੀਚਿਸ ਐਟ ਪੁਆਇੰਟ Q। ਨਾਓ ਜਦੋਂ ਬਾਡੀ Q ਪੁਆਇੰਟ ਤੇ ਪਹੁੰਚ ਗਈ ਤੇ ਇਹਦਾ ਮਤਲਬ ਕੀ ਹੋਇਆ ਕਿ ਬਾਡੀ ਨੇ ਆਪਣੀ ਪੋਜੀਸ਼ਨ ਤੇ ਚੇਂਜ ਕਰ ਲਈ ਤੇ ਹੁਣ ਇਹਦੀ ਪੋਜੀਸ਼ਨ ਦੱਸਣੀ ਹੈ। ਜੇ ਮੈਂ origin ਦੇ ਅਕੋਰਡਿੰਗ ਮੈਨੂੰ ਇੱਕ ਹੋਰ ਵੈਕਟਰ ਜਿਹੜਾ ਹੈ ਇਥੋਂ ਡਰਾ ਕਰਨਾ ਪਏਗਾ। ਇਹ ਵੀ ਜਿਹੜਾ ਵੈਕਟਰ ਹੋਏਗਾ ਜਿਹਦਾ ਨਾਮ ਹੋਏਗਾ ਸਾਡੇ ਕੋਲ OQ ਵੈਕਟਰ। ਇਟ ਇਜ਼ ਆਲਸੋ ਅ ਪੋਜੀਸ਼ਨ ਵੈਕਟਰ। ਇਹ ਵੀ ਪੋਜੀਸ਼ਨ ਵੈਕਟਰ ਹੈ। ਇਹ Q ਦੀ ਪੋਜੀਸ਼ਨ ਦੱਸ ਰਿਹਾ ਹੈ ਵਿਦ ਰਿਸਪੈਕਟ ਟੂ origin। ਇਹਨੂੰ ਅਸੀਂ ਡਿਨੋਟ ਕਰ ਦਿੰਦੇ ਆ R ਵੈਕਟਰ, ਉੱਤੇ ਅਸੀਂ ਪਾ ਦਿੱਤੀ ਡੈਸ਼ ਪਾ ਦਿੱਤੇ। ਤੁਸੀਂ ਚਾਹੋ ਨਹੀਂ ਡੈਸ਼ ਪਾਣੀ, ਤੁਸੀਂ R1 ਕਹਿ ਲਓ, ਤੁਹਾਡੀ ਮਰਜ਼ੀ ਹੈ, ਜਿਸ ਤਰ੍ਹਾਂ ਮਰਜ਼ੀ ਇਹਨੂੰ ਤੁਸੀਂ ਰਿਪਰੈਜ਼ੈਂਟ ਕਰ ਸਕਦੇ ਹੋ। ਸਪੋਜ਼ ਮੈਂ ਇਹਨੂੰ ਜਿਹੜਾ ਹੈ ਰਿਪਰੈਜ਼ੈਂਟ ਕਰਤਾ R ਡੈਸ਼ ਵੈਕਟਰ ਦਾ ਰਿਪਰੈਜ਼ੈਂਟ ਕਰਤਾ। ਨਾਓ ਵਾਟ ਇਜ਼ ਦ ਵੈਲਿਊ OQ ਵੈਕਟਰ? ਇਟ ਇਜ਼ ਇਕੁਅਲ ਟੂ R ਵੈਕਟਰ ਡੈਸ਼। ਇਹ ਵੀ ਸਾਡਾ ਪੋਜੀਸ਼ਨ ਵੈਕਟਰ ਤੇ ਜਿਹੜਾ ਸਾਡਾ ਪਹਿਲਾ ਸੀਗਾ ਉਹ ਵੀ ਸਾਡਾ ਪੋਜੀਸ਼ਨ ਵੈਕਟਰ ਹੀ ਸੀਗਾ। ਤੇ ਧਿਆਨ ਰੱਖਣਾ ਹੈ ਜਦੋਂ ਵੀ ਪੋਜੀਸ਼ਨ origin ਦੇ ਅਕੋਰਡਿੰਗ ਆਏਗੀ ਨਾ ਬੇਟਾ, ਉਦੋਂ ਹੀ ਸਾਡੇ ਕੋਲ ਪੋਜੀਸ਼ਨ ਵੈਕਟਰ ਵਰਡ ਆਣਾ ਹੈ, ਅਦਰਵਾਈਜ਼ ਆਪਾਂ ਇਸ ਤਰ੍ਹਾਂ ਨਹੀਂ ਕਰਨਾ। ਕਲੀਅਰ?
ਨਾਓ ਪਲੀਜ਼ ਟੈਲ ਬੋਡੀ t ਟਾਈਮ ਤੇ ਕਿੱਥੇ ਸੀਗੀ? ਬੋਡੀ t ਟਾਈਮ ਤੇ p ਪੁਆਇੰਟ ਤੇ ਸੀ। ਉਸ ਤੋਂ ਬਾਅਦ ਬੋਡੀ ਜਿਹੜੀ ਹੈ ਆਫਟਰ t ਟਾਈਮ t ਡੈਸ਼ ਟਾਈਮ ਬੋਡੀ ਰੀਚਿਸ ਐਟ ਪੁਆਇੰਟ q। ਇਹਦਾ ਮਤਲਬ ਬੋਡੀ p ਤੋਂ q ਤੇ ਆਈ। ਇਹਦਾ ਮਤਲਬ ਬੋਡੀ ਜਿਹੜੀ ਹੈ ਇਥੋਂ ਇਧਰ ਨੂੰ ਮੂਵ ਕੀਤੀ। ਆਹ ਦੇਖੋ ਬੋਡੀ ਇਧਰ ਨੂੰ ਮੂਵ ਕੀਤੀ p to q। p ਦੇ ਉੱਤੇ ਟੇਲ ਆਏਗੀ, ਜਿੱਥੋਂ ਸਟਾਰਟ ਹੋਈ ਹੈ origin ਉੱਥੇ ਟੇਲ, ਜਿੱਥੇ ਪਹੁੰਚੀ ਉੱਥੇ ਉਹਦਾ ਕੀ ਆਏਗਾ? ਹੈਡ ਆਏਗਾ। ਤੇ ਬੇਟਾ ਆ ਐਰੋ ਪਾਣੇ ਬਹੁਤ ਜ਼ਰੂਰੀ ਨੇ। ਮੋਸਟਲੀ ਮੈਂ ਕਈ ਵਾਰੀ ਦੇਖਦੇ ਆ ਆਪਾਂ ਜਦੋਂ ਅਸੀਂ ਪੇਪਰ ਚੈੱਕ ਕਰਦੇ ਆ, ਸਟੂਡੈਂਟਸ ਜਿਹੜੇ ਜਸਟ ਇਸ ਤਰ੍ਹਾਂ ਡਾਇਗਰਾਮ ਬਣਾ ਦਿੰਦੇ ਆ, ਇੱਥੇ ਆਰ ਵੈਕਟਰ ਪਾਤਾ, ਇੱਥੇ ਆਰ ਡੈਸ਼ ਪਾਤਾ ਜੀ, ਇੱਥੇ ਇਸ ਤਰ੍ਹਾਂ, ਠੀਕ ਹੈ। ਪਰ ਇਹ ਧਿਆਨ ਰੱਖਣਾ ਹੈ ਕਿ ਵੈਕਟਰ ਤੋਂ ਬਿਨਾ ਸਾਡੇ ਕੋਲ ਜਿਹੜੀ ਹੈ ਡਾਇਗਰਾਮ ਕੰਪਲੀਟ ਨਹੀਂ ਹੈ। ਸਾਨੂੰ ਨਹੀਂ ਪਤਾ ਲੱਗੇਗਾ ਬੋਡੀ ਇੱਧਰ ਨੂੰ ਜਾ ਰਹੀ ਹੈ ਕਿ ਇੱਧਰ ਨੂੰ ਜਾ ਰਹੀ ਹੈ। ਜਿੱਧਰ ਐਰੋ ਹੋਏਗੀ ਇਹਦਾ ਮਤਲਬ ਇੱਥੋਂ ਸ਼ੁਰੂ ਹੋ ਕੇ ਉੱਥੇ ਪਹੁੰਚੀ। ਐਰੋ ਜਿਹੜੀ ਹੈ ਉਹ ਡਾਲਣਾ ਜਿਹੜਾ ਬੇਟਾ ਉਹ ਮਸਟ ਹੈਗਾ। ਨਾਓ ਬੋਡੀ ਜਿਹੜੀ ਹੈ P ਤੋਂ Q ਤੇ ਪਹੁੰਚੀ। ਹੁਣ ਜਿਹੜਾ PQ ਵੈਕਟਰ ਹੈ ਇਹਨੂੰ ਤੁਸੀਂ ਪੋਜੀਸ਼ਨ ਵੈਕਟਰ ਨਹੀਂ ਬੋਲਣਾ, ਕਿਉਂਕਿ ਪੋਜੀਸ਼ਨ ਵੈਕਟਰ ਜਿਹੜਾ ਹੈ ਉਹ ਤੇ ਜਸਟ ਬੋਡੀ ਦੀ ਪੋਜੀਸ਼ਨ ਦੱਸਦਾ ਹੈ ਵਿਦ ਰਿਸਪੈਕਟ ਟੂ origin ਸਟਾਰਟਿੰਗ ਪੁਆਇੰਟ ਤੋਂ। ਹੁਣ ਬੋਡੀ ਮੇਰੀ P to Q ਪਹੁੰਚੀ ਹੈ। this gives us the displacement। ਇਹ ਸਾਨੂੰ ਡਿਸਪਲੇਸਮੈਂਟ ਦੱਸਦਾ ਪਿਆ ਹੈ। ਇਹਨੂੰ ਅਸੀਂ ਬੋਲਦੇ ਹਾਂ ਡਿਸਪਲੇਸਮੈਂਟ ਵੈਕਟਰ। this is the second one। displacement vector ਕੀ ਚੀਜ਼ ਹੈ? it gives us the displacement of a body from one point to another। ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੇ ਜਿਹੜੀ ਡਿਸਪਲੇਸਮੈਂਟ ਹੋਈ ਹੈ ਉਹ ਸਾਨੂੰ ਦੱਸੇਗਾ ਡਿਸਪਲੇਸਮੈਂਟ ਵੈਕਟਰ। ਵੈਸੇ ਆ ਵੀ ਡਿਸਪਲੇਸਮੈਂਟ ਹੀ ਹੈ ਕਿ ਇੱਥੋਂ ਲੈ ਕੇ ਕਿੰਨੀ ਹੋਈ, ਪਰ ਇਹ origin ਦੇ ਅਕੋਰਡਿੰਗ ਹੈ, ਉਹਦੇ ਵਾਸਤੇ ਅਸੀਂ ਉਹਨੂੰ ਪੋਜੀਸ਼ਨ ਵੈਕਟਰ ਦੱਸਣਾ ਹੈ। ਤੇ ਕਿਸੇ ਇੱਕ ਪੁਆਇੰਟ ਤੋਂ ਕਿਸੇ ਦੂਸਰੇ ਪੁਆਇੰਟ ਤੇ ਜਾਂਦੇ ਹੋ, that is called the displacement vector। ਹੁਣ ਫੋਰ ਐਗਜ਼ਾਮਪਲ ਬੋਡੀ ਮੰਨ ਲਓ O ਤੋਂ ਪਹਿਲਾਂ A ਗਈ, ਆ ਤੇ ਸਾਡੇ ਕੋਲ ਹੋ ਗਿਆ ਪੋਜੀਸ਼ਨ ਵੈਕਟਰ। A ਤੋਂ B ਚਲੀ ਗਈ, ਪਹਿਲਾਂ O ਤੋਂ A ਗਈ, ਆ ਪੋਜੀਸ਼ਨ ਵੈਕਟਰ ਹੋਏਗਾ origin ਦੇ ਅਕੋਰਡਿੰਗ। Now what is this? A ਤੋਂ B, it will be the displacement vector। ਫਿਰ ਉਹ ਇਧਰ ਨੂੰ ਆ ਗਈ, C ਪੁਆਇੰਟ ਤੇ ਆ ਗਈ, ਇਹ ਵੀ ਸਾਡੀ ਜਿਹੜੀ ਹੈ ਡਿਸਪਲੇਸਮੈਂਟ ਹੋਏਗੀ B to C। ਪਰ ਜਿਹੜਾ origin ਦੇ ਅਕੋਰਡਿੰਗ ਹੈ ਉਹ ਸਾਡਾ ਜਿਹੜਾ ਆਏਗਾ ਉਹਨੂੰ ਅਸੀਂ ਬੋਲਾਂਗੇ ਪੋਜੀਸ਼ਨ ਵੈਕਟਰ। Now what is PQ vector? It is called the displacement vector। ਹਾਂਜੀ ਕਲੀਅਰ ਹੋ ਗਿਆ। ਤੇ XY ਇਹਨੂੰ ਕੀ ਬੋਲਦੇ ਆ ਅਸੀਂ? XY ਪਲੇਨ 2 ਡਾਈਮੈਂਸ਼ਨ ਫਿਗਰ ਹੈ, ਉਹਦੇ ਵਿੱਚ ਬੋਡੀ ਜਿਹੜੀ ਹੈ ਉਹ ਮੂਵ ਕਰ ਰਹੀ ਹੈ। ਨਾਓ ਕਮ ਟੂ ਦਾ ਥਰਡ ਪੁਆਇੰਟ। ਬੇਟਾ ਵੈਕਟਰ ਦੇ ਸਾਡੇ ਕੋਲ ਕਿੰਨੇ ਪਾਰਟਸ ਨੇ? ਵੈਕਟਰ ਜਿਹੜਾ ਹੈ ਉਹ ਦੋ ਹਿੱਸੇ 'ਚ ਪਤਾ ਤੁਹਾਨੂੰ ਵੰਡਿਆ ਹੁੰਦਾ ਹੈ। ਇੱਕ ਵੈਕਟਰ ਦਾ ਹੁੰਦਾ ਹੈ ਮੈਗਨੀਟਿਊਡ, ਇੱਕ ਵੈਕਟਰ ਦੀ ਹੁੰਦੀ ਹੈ ਸਾਡੇ ਕੋਲ ਡਾਇਰੈਕਸ਼ਨ ਹੁੰਦੀ ਹੈ। ਇਹ ਸਾਨੂੰ ਪਤਾ। ਇਹਦਾ ਮਤਲਬ ਹੈ ਵੈਕਟਰ ਨੂੰ ਚੇਂਜ ਕਰਨਾ ਹੋਵੇ ਜਾਂ ਤੇ ਉਹਦਾ ਮੈਗਨੀਟਿਊਡ ਚੇਂਜ ਕਰ ਦਿਓ ਜਾਂ ਉਹਦੀ ਡਾਇਰੈਕਸ਼ਨ ਚੇਂਜ ਕਰ ਦਿਓ, ਵੈਕਟਰ ਜਿਹੜਾ ਹੈ ਉਹ ਚੇਂਜ ਹੋ ਜਾਏਗਾ। ਜਾਂ ਇਹ ਦੋਨੋਂ ਚੀਜ਼ਾਂ ਚੇਂਜ ਕਰ ਦੋਗੇ ਨਾ ਤੇ ਸਾਡਾ ਜਿਹੜਾ ਹੈ ਉਹ ਵੈਕਟਰ ਜਿਹੜਾ ਹੈ ਉਹ ਚੇਂਜ ਹੋ ਜਾਏਗਾ। ਹਾਊ ਟੂ ਚੇਂਜ ਵੈਕਟਰ? ਕਿਸੇ ਵੈਕਟਰ ਨੂੰ ਚੇਂਜ ਕਰਨਾ ਹੈ, ਉਹਦਾ ਮੈਗਨੀਟਿਊਡ ਚੇਂਜ ਕਰ ਦਿਓ, ਵੈਕਟਰ ਦੀ ਵੈਲਿਊ ਚੇਂਜ ਹੋ ਗਈ। ਜਾਂ ਉਹਦੀ ਡਾਇਰੈਕਸ਼ਨ ਚੇਂਜ ਕਰ ਦੋਗੇ, ਵੈਕਟਰ ਸਾਡਾ ਜਿਹੜਾ ਹੈ ਤਾਂ ਵੀ ਚੇਂਜ ਹੋ ਜਾਏਗਾ। ਜਾਂ ਅਸੀਂ ਇਹ ਦੋਨੋਂ ਚੀਜ਼ਾਂ ਨੂੰ ਅਸੀਂ ਚੇਂਜ ਕਰ ਦਈਏ ਤੇ ਵੈਕਟਰ ਸਾਡਾ ਜਿਹੜਾ ਹੈ ਉਹ ਚੇਂਜ ਹੋ ਜਾਏਗਾ। ਫੋਰ ਐਗਜ਼ਾਮਪਲ ਮੰਨ ਲਓ ਵੀ ਆਹ ਸਾਡੇ ਕੋਲ ਇੱਕ ਵੈਕਟਰ ਹੈ A। ਹਾਂਜੀ ਕਲੀਅਰ। ਜੇ ਇਸ ਵੈਕਟਰ ਨੂੰ ਮੈਂ ਇਥੋਂ ਪਕੜਿਆ, ਆ ਟੇਲ ਤੋਂ ਪਕੜਿਆ, ਇਸ ਵੈਕਟਰ ਨੂੰ ਮੈਂ ਇਧਰ ਨੂੰ ਘੁਮਾਤਾ, ਇਧਰ ਨੂੰ ਕਰਤਾ, ਡਾਇਰੈਕਸ਼ਨ ਚੇਂਜ ਕਰਤੀ, ਦੇਖੋ ਇਧਰ ਨੂੰ ਕਰਤਾ, ਕੀ ਆ ਵੈਕਟਰ A ਰਹਿ ਜਾਏਗਾ? ਹੁਣ ਇਹ ਵੈਕਟਰ A ਨਹੀਂ ਹੋਏਗਾ, ਆ ਵੈਕਟਰ ਚੇਂਜ ਹੋ ਗਿਆ ਕਿਉਂਕਿ ਵੈਕਟਰ ਦੀ ਡਾਇਰੈਕਸ਼ਨ ਚੇਂਜ ਹੋ ਗਈ। ਜਦੋਂ ਵੈਕਟਰ ਦੀ ਡਾਇਰੈਕਸ਼ਨ ਚੇਂਜ ਹੋ ਗਈ ਉਹ ਵੈਕਟਰ ਜਿਹੜਾ ਹੈ ਉਹ ਚੇਂਜ ਹੋ ਜਾਂਦਾ ਹੈ। ਹਾਂਜੀ ਕਲੀਅਰ। ਇਹਦਾ ਮਤਲਬ ਹੈ ਕਦੀ ਵੀ ਵੈਕਟਰ ਨੂੰ ਰੋਟੇਟ ਨਹੀਂ ਕਰ ਦੇਣਾ। ਜਦੋਂ ਵੈਕਟਰ ਨੂੰ ਥੋੜਾ ਜਿਹਾ ਵੀ ਰੋਟੇਟ ਕੀਤਾ ਉਹਦੇ ਨਾਲ ਕੀ ਹੋਏਗਾ? ਉਹਦੀ ਡਾਇਰੈਕਸ਼ਨ ਚੇਂਜ ਹੋ ਜਾਏਗੀ। ਤੇ ਜੇ ਬੇਟਾ ਡਾਇਰੈਕਸ਼ਨ ਚੇਂਜ ਹੋ ਗਈ ਤਾਂ ਉਹ ਵੈਕਟਰ ਹੀ ਨਹੀਂ ਰਹੇਗਾ, ਉਹ ਵੈਕਟਰ ਨਵਾਂ ਬਣ ਜਾਏਗਾ। ਇਟ ਮੇ ਬੀ ਐਨੀ ਅਦਰ ਵੈਕਟਰ। ਜਿਸ ਤਰ੍ਹਾਂ ਮੈਂ ਇੱਥੇ ਬਣਾਏ ਸੀ ਡਾਇਗਰਾਮ, ਇੱਥੇ ਸਾਡੇ ਕੋਲ ਕੀ ਸੀਗਾ? ਪਹਿਲਾਂ ਇੱਥੇ ਪੁਆਇੰਟ ਸੀ P,
ਉਸ ਤੋਂ ਬਾਅਦ ਜਦੋਂ ਇੱਥੇ ਪਹੁੰਚ ਗਿਆ ਸੀ ਤੇ ਇੱਥੇ ਨਵਾਂ ਵੈਕਟਰ ਆ ਗਿਆ। ਦੇਖੋ ਚੀਜ਼ ਉੱਥੋਂ ਹੀ ਸ਼ੁਰੂ ਹੋ ਰਹੀ ਹੈ। ਇਹ r ਸੀ ਤੇ ਮੈਂ ਇੱਥੇ ਇਹਨੂੰ r ਡੈਸ਼ ਲਿਖਿਆ। ਭਾਵੇਂ ਆ ਮੈਗਨੀਟਿਊਡ ਸੇਮ ਹੋਵੇ ਪਰ ਡਾਇਰੈਕਸ਼ਨ ਚੇਂਜ ਹੋਣ ਕਰਕੇ ਉਹ ਵੈਕਟਰ ਜਿਹੜਾ ਹੈ ਬੇਟਾ ਉਹ ਚੇਂਜ ਹੋ ਜਾਂਦਾ ਹੈ। ਇਹਦਾ ਮਤਲਬ ਕਦੀ ਵੀ ਵੈਕਟਰ ਨੂੰ ਰੋਟੇਟ ਨਹੀਂ ਕਰਨਾ। ਵੈਕਟਰ ਥੋੜਾ ਜਿਹਾ ਵੀ ਰੋਟੇਟ ਹੋ ਗਿਆ ਉਹਦੀ ਡਾਇਰੈਕਸ਼ਨ ਚੇਂਜ ਹੋ ਜਾਏਗੀ ਤੇ ਡਾਇਰੈਕਸ਼ਨ ਚੇਂਜ ਦੇ ਨਾਲ ਉਹ ਵੈਕਟਰ ਦੀ ਜਿਹੜੀ ਹੈ ਉਹ ਵੈਲਿਊ ਚੇਂਜ ਹੋ ਜਾਏਗੀ। ਇਹ ਯਾਦ ਰੱਖ ਲਓ, ਆਪਣੇ ਮਾਈਂਡ 'ਚ ਪੱਕੀ ਤੌਰ ਤੇ ਕਰ ਲਓ, ਧਾਰ ਲਓ ਕਿ ਵੈਕਟਰ ਨੂੰ ਕਦੀ ਰੋਟੇਟ ਨਾ ਕਰ ਦੇਣਾ। ਜੇ ਵੈਕਟਰ ਰੋਟੇਟ ਹੋ ਗਿਆ ਤਾਂ ਵੈਕਟਰ ਬੇਟਾ ਉਹ ਚੇਂਜ ਹੋ ਜਾਂਦਾ ਹੈ। ਵੈਕਟਰ ਨੂੰ ਅਸੀਂ ਉਹਦੇ ਪੈਰਲਲ ਸ਼ਿਫਟ ਕਰ ਸਕਦੇ ਹਾਂ। ਆਹ ਦੇਖੋ, ਆ ਵੈਕਟਰ ਇਹ ਹੈ, ਇਸ ਵੈਕਟਰ ਨੂੰ ਇਹਦੇ ਪੈਰਲਲ ਸ਼ਿਫਟ ਕਰ ਦਿਓ। ਆਹ ਦੇਖੋ, ਇਸ ਵੈਕਟਰ ਨੂੰ ਮੈਂ ਥੱਲੇ ਕਰਤਾ, ਬਿਲਕੁਲ ਇਹਦੇ ਪੈਰਲਲ ਸ਼ਿਫਟ ਕੀਤਾ। ਨਾ ਇਹਦਾ ਮੈਂ ਮੈਗਨੀਟਿਊਡ ਚੇਂਜ ਕੀਤਾ, ਦੇਖੋ ਲੈਂਥ ਹੋਣੀ ਹੈ, ਨਾ ਇਹਦੀ ਮੈਂ ਡਾਇਰੈਕਸ਼ਨ ਚੇਂਜ ਕੀਤੀ। ਹੁਣ ਆ ਵੀ ਵੈਕਟਰ ਜਿਹੜਾ ਹੈ ਮੇਰਾ A ਹੋਏਗਾ। ਇਸ ਵੈਕਟਰ ਨੂੰ ਹੋਰ ਪੈਰਲਲ ਸ਼ਿਫਟ ਕਰ ਦਿਓ, ਅੱਗੇ ਕਰ ਦਿਓ, ਭਾਵੇਂ ਇੱਥੇ ਵਾ ਦਿਓ, ਇਸ ਤਰ੍ਹਾਂ ਸ਼ਿਫਟ ਕਰ ਲਓ। ਇਹ ਵੀ ਜਿਹੜਾ ਹੈ ਮੇਰਾ ਵੈਕਟਰ ਜਿਹੜਾ ਹੈ ਉਹ ਚੇਂਜ ਨਹੀਂ ਹੋਏਗਾ ਕਿਉਂਕਿ ਨਾ ਇਹਦੀ ਮੈਂ ਡਾਇਰੈਕਸ਼ਨ ਚੇਂਜ ਕੀਤੀ ਤੇ ਨਾ ਇਹਦਾ ਮੈਂ ਮੈਗਨੀਟਿਊਡ ਚੇਂਜ ਕੀਤਾ। ਵੈਕਟਰ ਕੈਨ ਬੀ ਸ਼ਿਫਟਡ ਪੈਰਲਲ ਟੂ ਇਟਸੈਲਫ। ਬਿਲਕੁਲ ਆਪਣੇ ਪੈਰਲਲ ਨੂੰ ਤੁਸੀਂ ਇਹਦੇ ਸ਼ਿਫਟ ਕਰ ਸਕਦੇ ਹੋ। ਜੇ ਆਹ ਵੈਕਟਰ ਹੈ ਇੱਧਰ ਕਰ ਸਕਦੇ ਹੋ, ਇੱਧਰ ਕਰ ਸਕਦੇ ਹੋ, ਪਿੱਛੇ ਕਰ ਸਕਦੇ ਹੋ, ਲੇਕਿਨ ਇਹਦੀ ਡਾਇਰੈਕਸ਼ਨ ਨਹੀਂ ਚੇਂਜ ਹੋਣੀ ਚਾਹੀਦੀ। ਰੋਟੇਟ ਨਹੀਂ ਕਰਨਾ ਇਹਨੂੰ, ਇਹਦੇ ਪੈਰਲਲ ਤੁਸੀਂ ਸ਼ਿਫਟ ਕਰ ਸਕਦੇ ਹੋ। ਹਾਂਜੀ, ਹੁਣ ਇੱਕ ਐਗਜ਼ਾਮਪਲ ਆ ਦੇਖੋ, ਆਹ ਵੈਕਟਰ ਹੈ ਮੇਰੇ ਕੋਲ Q ਵੈਕਟਰ। ਹਾਂਜੀ ਪਲੀਜ਼ ਟੈਲ, ਇਹਨੂੰ ਬਿਨਾ ਚੇਂਜ ਕੀਤੇ ਇਸ ਵੈਕਟਰ ਨੂੰ ਕਿਸ ਤਰ੍ਹਾਂ ਹੋਇਆ ਜਾ ਸਕਦਾ ਹੈ। We can represent it like this। ਇਹਨੂੰ ਇਸ ਤਰ੍ਹਾਂ ਸ਼ੋ ਕਰ ਸਕਦੇ ਹਾਂ like this। ਆ ਦੇਖੋ, ਆ ਵੀ Q ਹੀ ਹੋਏਗਾ, ਬਿਲਕੁਲ ਉਹਦੇ ਪੈਰਲਲ, ਡਾਇਰੈਕਸ਼ਨ ਸੇਮ। ਇਹਨੂੰ ਤੁਸੀਂ ਇਸ ਤਰ੍ਹਾਂ ਵੀ ਸ਼ੋ ਕਰ ਸਕਦੇ ਹੋ, ਇਹਦੇ ਬਿਲਕੁਲ ਪਿੱਛੇ ਨੂੰ ਲੈ ਜਾਓ ਭਾਵੇਂ like this, ਇਸ ਤਰ੍ਹਾਂ ਵੀ ਸ਼ੋ ਕਰ ਲੋਗੇ ਕਿਉਂਕਿ ਡਾਇਰੈਕਸ਼ਨ ਤੇ ਉਹਦਾ ਮੈਗਨੀਟਿਊਡ ਨਹੀਂ ਚੇਂਜ ਹੋਣਾ ਚਾਹੀਦਾ। ਇਹ ਤੁਸੀਂ ਆਪਣੇ ਮਾਈਂਡ 'ਚ ਯਾਦ ਰੱਖੋ। ਵੈਕਟਰ ਕਦੋਂ ਨਹੀਂ ਚੇਂਜ ਹੁੰਦਾ? ਜਦੋਂ ਵੈਕਟਰ ਨੂੰ ਉਹਦੇ ਪੈਰਲਲ ਜਿਹੜਾ ਹੈ ਸ਼ਿਫਟ ਕਰੀਏ। ਤੇ ਜੇ ਵੈਕਟਰ ਨੂੰ ਰੋਟੇਟ ਕਰਤਾ ਤੇ ਡਾਇਰੈਕਸ਼ਨ ਚੇਂਜ ਹੋ ਗਈ ਤੇ ਡਾਇਰੈਕਸ਼ਨ ਚੇਂਜ ਹੋਣ ਦੇ ਨਾਲ ਹੀ ਸਾਡਾ ਜਿਹੜਾ ਵੈਕਟਰ ਹੈ ਨਾ ਉਹ ਚੇਂਜ ਹੋ ਜਾਏਗਾ। ਆਈ ਥਿੰਕ ਤੁਹਾਨੂੰ ਜਿਹੜਾ ਹੈ ਇੱਥੋਂ ਤੱਕ ਜਿਹੜਾ ਹੈ ਟੌਪਿਕ ਸਾਰੇ ਦਾ ਸਾਰਾ ਉਹ ਤੁਹਾਨੂੰ ਕਲੀਅਰ ਹੋ ਗਿਆ। ਨਾਓ ਕਮ ਟੂ ਦਾ ਨੈਕਸਟ ਪੁਆਇੰਟ, ਮਲਟੀਪਲੀਕੇਸ਼ਨ। ਹੁਣ ਸਾਡਾ ਟੌਪਿਕ ਹੈ ਮਲਟੀਪਲੀਕੇਸ਼ਨ ਆਫ vector by real number। multiplication of vector by real number। ਬੇਟਾ ਵੈਕਟਰ ਨੂੰ ਰੀਅਲ ਨੰਬਰ ਦੇ ਨਾਲ ਮਲਟੀਪਲਾਈ ਕਰ ਦੇਣਾ। ਆ ਦੇਖੋ, ਇਹ ਕੋਈ ਵੈਕਟਰ ਹੈ, ਵੈਕਟਰ A। ਇਸ ਵੈਕਟਰ ਨੂੰ ਮੈਂ ਰੀਅਲ ਨੰਬਰ n ਦੇ ਨਾਲ ਮਲਟੀਪਲਾਈ ਕਰ ਦਿੱਤਾ। this is any vector A। I multiply it with real number। ਜਦੋਂ ਰੀਅਲ ਨੰਬਰ ਦੇ ਨਾਲ ਮਲਟੀਪਲਾਈ ਕਰੋਗੇ then it will become NA vector। ਇਹ ਸਾਡਾ ਜਿਹੜਾ ਹੈ ਵੈਕਟਰ ਬਣ ਜਾਏਗਾ NA vector। I think you know what are real number। ਰੀਅਲ ਨੰਬਰ ਜਿਹੜੇ ਨੇ ਬੇਟਾ ਪੋਜ਼ਿਟਿਵ ਤੇ ਨੈਗੇਟਿਵ ਜਿਹੜੇ ਨੰਬਰਸ ਹੁੰਦੇ ਨੇ, -2, -3, +2, +3, these are the real numbers। ਵੈਕਟਰ ਨੂੰ ਰੀਅਲ ਨੰਬਰ ਨਾਲ ਮਲਟੀਪਲਾਈ ਕਰੀਏ ਤੇ ਕੀ ਹੁੰਦਾ ਹੈ ਉਹਦੇ ਬਾਰੇ ਜਿਹੜੇ ਆ we are going to discuss। ਹੁਣ ਇਹਦੇ ਬਾਰੇ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਕਿ ਅਸੀਂ ਵੈਕਟਰ ਨੂੰ ਰੀਅਲ ਨੰਬਰ ਨਾਲ ਮਲਟੀਪਲਾਈ ਕਰ ਸਕਦੇ ਹਾਂ। yes we can multiply the vector with real numbers। ਦੇਖੋ suppose ਆ ਵੈਕਟਰ A ਹੈ, I multiply it with 2। 2 is a real number। ਕੋਈ ਨੰਬਰ ਲੈ ਲਓ, 2 ਲੈ ਲਓ, 3 ਲੈ ਲਓ, 4, 5, any number। ਅਸੀਂ 2 ਦੇ ਨਾਲ ਜਿਹੜਾ ਹੈ ਇਹਨੂੰ ਮਲਟੀਪਲਾਈ ਕਰਤਾ then you will get 2A vector। ਇਹ n ਦਾ ਮਤਲਬ ਰੀਅਲ ਨੰਬਰ ਜਨਰਲ ਤੌਰ ਤੇ ਇੱਥੇ ਜਿਹੜਾ ਮਰਜ਼ੀ ਨੰਬਰ ਹੋ ਸਕਦਾ ਹੈ। it may be 1 2 3 4 5 6, ਨੈਗੇਟਿਵ ਵੀ ਹੋ ਸਕਦਾ। ਮੈਂ ਕਿਹੜਾ ਲੈ ਰਿਹਾ? ਮੈਂ n ਦੀ ਵੈਲਿਊ 2 ਲੈ ਰਿਹਾ। let n equal to 2। ਮੈਂ ਆ ਲੈ ਕੇ ਚੱਲਿਆ। ਰੀਅਲ ਨੰਬਰ ਜਿਹੜਾ ਹੈ ਮੇਰਾ 2 ਹੈ, 2 ਨਾਲ ਮਲਟੀਪਲਾਈ ਕੀਤਾ ਤੇ 2A ਵੈਕਟਰ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ
ਕਿ ਜਦੋਂ ਵੀ ਵੈਕਟਰ ਨੂੰ ਅਸੀਂ ਰੀਅਲ ਨੰਬਰ ਦੇ ਨਾਲ ਮਲਟੀਪਲਾਈ ਕਰਾਂਗੇ, ਆ ਦੇਖੋ ਕੀ ਹੋਏਗਾ, ਵੈਕਟਰ ਦਾ ਮੈਗਨੀਟਿਊਡ ਜਿਹੜਾ ਹੈ ਉਹ 2 ਟਾਈਮਸ ਹੋ ਜਾਏਗਾ। 2 ਨਾਲ ਮਲਟੀਪਲਾਈ ਕਰਨ ਦਾ ਮਤਲਬ ਵੈਕਟਰ ਦਾ ਮੈਗਨੀਟਿਊਡ ਜਿਹੜਾ ਹੈ ਇਟ ਵਿਲ ਬਿਕਮ ਟਵਾਈਸ। ਫੋਰ ਐਗਜ਼ਾਮਪਲ ਮੰਨ ਲਓ ਕਿ ਆ ਸਾਡੇ ਕੋਲ ਵੈਕਟਰ A ਸੀਗਾ, ਆ ਧਿਆਨ ਦਿਓ, ਦਿਸ ਇਜ਼ ਵੈਕਟਰ A। then how to represent 2a, ਇਹ 2a ਕਿੰਨਾ ਹੋਏਗਾ, ਉਹਦੇ ਨਾਲੋਂ ਅਸੀਂ ਇਹਨੂੰ ਡਬਲ ਕਰ ਦਾਂਗੇ, ਆ ਦੇਖੋ like this, it will become 2a vector। ਜਦੋਂ ਅਸੀਂ 2 ਨਾਲ ਮਲਟੀਪਲਾਈ ਕੀਤਾ ਇਹਦਾ ਮੈਗਨੀਟਿਊਡ ਜਿਹੜਾ ਹੈ ਡਬਲ ਹੋਏਗਾ, ਪਰ ਇਹਦੀ ਡਾਇਰੈਕਸ਼ਨ ਦੇਖੋ ਬਿਲਕੁਲ ਸੇਮ ਰਹੀ। ਇਹ ਨੰਬਰ ਸੀਗਾ ਪੋਜ਼ਿਟਿਵ, ਅਸੀਂ ਨੰਬਰ ਕਿਹੜਾ ਲੈ ਕੇ ਚੱਲ ਰਹੇ ਹਾਂ, ਪੋਜ਼ਿਟਿਵ ਰੀਅਲ ਨੰਬਰ ਲੈ ਕੇ ਚੱਲ ਰਿਹਾ ਮੈਂ, ਪੋਜ਼ਿਟਿਵ ਰੀਅਲ ਨੰਬਰ। ਜਦੋਂ ਵੀ ਪੋਜ਼ਿਟਿਵ ਰੀਅਲ ਨੰਬਰ ਨਾਲ ਮਲਟੀਪਲਾਈ ਕਰੋਗੇ then magnitude becomes 2 times, ਜੇ 3 ਨਾ ਕਰੋਗੇ 3 times, 5 ਨਾ ਕਰੋਗੇ 5 times ਵੱਧ ਜਾਏਗਾ, ਮੈਗਨੀਟਿਊਡ ਹੋਣਾ ਵੱਧ ਜਾਏਗਾ, but there will be no any change in the direction of the vector। ਵੈਕਟਰ ਦੀ ਡਾਇਰੈਕਸ਼ਨ ਦੇ ਵਿੱਚ ਕੋਈ ਵੀ ਜਿਹੜਾ ਹੈ ਉਹ ਫਰਕ ਨਹੀਂ ਪਏਗਾ। ਹਾਂਜੀ, ਆਈ ਥਿੰਕ ਕਲੀਅਰ ਹੈ। ਬਟ ਇਫ ਆਈ ਟੇਕ, ਜੇਕਰ ਮੈਂ n ਦੀ ਵੈਲਿਊ -2 ਲੈਣਾ ਹੈ, ਇਫ ਆਈ ਟੇਕ ਨੈਗੇਟਿਵ, ਕਿਉਂਕਿ ਰੀਅਲ ਨੰਬਰ ਪੋਜ਼ਿਟਿਵ ਵੀ ਹੁੰਦੇ ਆ ਨੈਗੇਟਿਵ ਵੀ ਹੁੰਦੇ ਆ, ਇਫ ਆਈ ਟੇਕ n equal to -2 then -2 multiply by a vector it will be -2a vector। ਉਹ ਸਾਡੇ ਕੋਲ ਇੰਨਾ ਆ ਜਾਏਗਾ -2a ਵੈਕਟਰ। ਹੁਣ ਕੀ ਹੈ, ਹੁਣੇ ਮੈਂ ਸਟਾਰਟਿੰਗ ਇੱਥੋਂ ਹੀ ਕੀਤੀ ਸੀ ਕਿ ਮਾਈਨਸ ਦਾ ਸਾਈਨ ਕੀ ਦੱਸਦਾ ਹੈ। ਕੱਲ ਵੀ ਅਸੀਂ ਪਹਿਲੇ ਲੈਕਚਰ 'ਚ ਡਿਸਕਸ ਕੀਤਾ ਕਿ ਨੈਗੇਟਿਵ ਸਾਈਨ ਸ਼ੋਜ਼ ਡਾਇਰੈਕਸ਼ਨ ਜਿਹੜੀ ਹੈ ਰਿਵਰਸ ਹੋ ਗਈ, ਡਾਇਰੈਕਸ਼ਨ ਉਲਟ ਹੋ ਗਏਗੀ। ਬਟ ਮੈਗਨੀਟਿਊਡ ਕਿੰਨਾ ਹੋ ਜਾਏਗਾ, ਮੈਗਨੀਟਿਊਡ 2 ਟਾਈਮਸ ਹੋ ਜਾਏਗਾ, 2 ਨਾਲ ਮਲਟੀਪਲਾਈ ਕੀਤਾ ਨਾ, ਮੈਗਨੀਟਿਊਡ ਡਬਲ ਹੋ ਜਾਏਗਾ, ਬਟ ਇਹਦੀ ਡਾਇਰੈਕਸ਼ਨ ਜਿਹੜੀ ਹੈ ਉਹ ਰਿਵਰਸ ਹੋ ਜਾਏਗੀ, ਲਾਈਕ ਦਿਸ। ਨਾਓ ਦਿਸ ਇਜ਼ ਦਾ a ਵੈਕਟਰ, ਮੰਨ ਲਓ ਆ a ਵੈਕਟਰ ਹੈ, then 2a ਵੈਕਟਰ ਜਿਹੜਾ -2a ਵੈਕਟਰ ਹੈ ਉਹਨੂੰ ਅਸੀਂ ਇਸ ਤਰ੍ਹਾਂ ਰਿਪਰੈਜ਼ੈਂਟ ਕਰਾਂਗੇ। ਮੈਗਨੀਟਿਊਡ ਡਬਲ ਹੋ ਗਿਆ ਤੇ ਡਾਇਰੈਕਸ਼ਨ ਦੇਖੋ ਨੈਗੇਟਿਵ ਲੱਗਣ ਕਰਕੇ ਉਹ ਬਿਲਕੁਲ ਉਹਦੇ ਆਪੋਜ਼ਿਟ ਹੋ ਗਈ ਹੈ। ਹਾਂਜੀ, ਆਈ ਥਿੰਕ ਤੁਹਾਨੂੰ ਇਹ ਸਾਰਾ ਕਲੀਅਰ ਹੋ ਗਿਆ। when we multiply the vector with the real number then the magnitude becomes n times, 5 times, 6 times, but direction may remain same or may change। direction change भी हो सकती है, same भी हो सकती है, depending upon whether the real number is positive or negative। ਕਿਹੜੇ real number ਵਿੱਚ multiply ਕਰੀਏ direction same ਰਹੇਗੀ, positive, ਤੇ ਜੇ ਅਸੀਂ ਨੈਗੇਟਿਵ ਰੀਅਲ ਨੰਬਰ ਨਾਲ ਮਲਟੀਪਲਾਈ ਕਰਾਂਗੇ then the direction will get reverse। ਹਾਂਜੀ, ਕਲੀਅਰ। ਵੈਕਟਰ ਉਹੀਓ ਰਹੇਗਾ, ਵੈਕਟਰ ਬੇਟਾ ਉਹੀਓ ਰਹੇਗਾ, a ਵੈਕਟਰ ਸੀ ਰਿਹਾ a ਵੈਕਟਰ, ਮਤਲਬ ਜੇ ਫੋਰਸ ਹੈ ਉਹਨੂੰ ਅਸੀਂ 2 ਨਾਲ ਮਲਟੀਪਲਾਈ ਕਰਾਂਗੇ ਉਹ ਫੋਰਸ ਡਬਲ ਹੋ ਜਾਏਗੀ, ਲੇਕਿਨ ਉਹ ਫੋਰਸ ਹੀ ਰਹੇਗੀ, ਵੈਕਟਰ ਨਹੀਂ ਚੇਂਜ ਹੋਇਆ। ਰੀਅਲ ਨੰਬਰ ਦੇ ਨਾਲ ਮਲਟੀਪਲਾਈ ਕਰਨ ਦੇ ਉੱਤੇ ਵੈਕਟਰ ਚੇਂਜ ਨਹੀਂ ਹੁੰਦਾ, ਵੈਕਟਰ ਉਹੀ ਹੋ ਰਹਿੰਦਾ, ਬਸ ਉਹਦਾ ਮੈਗਨੀਟਿਊਡ ਤੇ ਡਾਇਰੈਕਸ਼ਨ ਦੇ ਵਿੱਚ ਫਰਕ ਪੈਂਦਾ ਹੈ, ਵੈਕਟਰ ਮੇਨ ਸੇਮ। ਹਾਂਜੀ, ਕਲੀਅਰ। ਜੇ ਅਸੀਂ ਇਹਨੂੰ ਗਾਂ ਇਸ ਤਰ੍ਹਾਂ ਦੇਖੀਏ, ਇਹਨੂੰ ਕੰਫਿਊਜ਼ਿੰਗ ਨਹੀਂ ਕਰਨਾ, a ਵੈਕਟਰ ਦੀ ਜਗ੍ਹਾ ਤੇ ਮੰਨ ਲਓ ਅਸੀਂ ਇੱਥੇ 2 ਲਿਖ ਦਿੰਦੇ ਆ ਤੇ ਆ ਸਾਡੇ ਕੋਲ f ਵੈਕਟਰ ਹੈ, then it will become 2f ਵੈਕਟਰ। ਇਹ ਮੰਨ ਲਓ ਫੋਰਸ ਹੈ, ਇਹਨੂੰ 2 ਨਾਲ ਮਲਟੀਪਲਾਈ ਕਰਾਂਗੇ ਤੇ ਫੋਰਸ ਮੇਰੀ ਡਬਲ ਹੋ ਜਾਏਗੀ, ਕਹਿਣ ਦਾ ਮਤਲਬ ਰਹੇਗੀ ਫੋਰਸ, ਬਸ ਉਹਦਾ ਮੈਗਨੀਟਿਊਡ ਜਿਹੜਾ ਹੈ ਉਹ ਡਬਲ ਹੋ ਜਾਏਗਾ। ਜੇ ਮਾਈਨਸ ਨਾ ਕਰੋਗੇ ਤਾਂ ਉਹਦੀ ਡਾਇਰੈਕਸ਼ਨ ਵੀ ਰਿਵਰਸ ਹੋ ਜਾਏਗੀ, ਪਰ ਵੈਕਟਰ ਨੇ ਚੇਂਜ ਨਹੀਂ ਹੋਣਾ, ਵੈਕਟਰ ਵਿਲ ਆਲਵੇਜ਼ ਰਿਮੇਨ ਦਾ ਸੇਮ। ਨਾਓ ਇਹ ਕਲੀਅਰ ਹੋ ਗਿਆ। ਇਸ ਤੋਂ ਬਾਅਦ ਕੀ ਹੈ, ਹੁਣ ਇੱਕ ਹੋਰ ਮਲਟੀਪਲੀਕੇਸ਼ਨ ਹੈ, ਮਲਟੀਪਲੀਕੇਸ਼ਨ ਆਫ ਅ ਵੈਕਟਰ ਬਾਈ ਸਕੇਲਰ। ਇਹ ਧਿਆਨ ਨਾਲ ਦੇਖਣਾ ਹੈ, ਅਸੀਂ ਸਕੇਲਰ ਦੇ ਨਾਲ ਮਲਟੀਪਲਾਈ ਕਰਨ ਲੱਗੇ ਹਾਂ। ਪਹਿਲਾ ਇੱਕ ਜਸਟ ਨੰਬਰ ਸੀ, ਰੀਅਲ ਨੰਬਰ 2 3 5 -2, ਉਹਨਾਂ ਦਾ ਕੋਈ ਯੂਨਿਟ ਨਹੀਂ ਸੀ, ਕੋਈ ਯੂਨਿਟ ਨਹੀਂ ਹੁੰਦਾ 1 2 3 ਦਾ, ਉਹ ਤਾਂ ਨੰਬਰ ਹੁੰਦੇ ਨੇ, ਉਹਨੂੰ ਮਲਟੀਪਲਾਈ ਕਰਕੇ ਆਪਾਂ ਦੇਖ ਲਿਆ, ਕੋਈ ਵੈਕਟਰ 'ਚ ਚੇਂਜ ਨਹੀਂ ਆਈ। ਪਰ ਹੁਣ ਅਸੀਂ ਮਲਟੀਪਲਾਈ ਕਰਨ ਲੱਗੇ ਹਾਂ ਸਕੇਲਰ ਦੇ ਨਾਲ। ਆ ਧਿਆਨ ਨਾਲ ਦੇਖੋ, ਮੰਨ ਲਓ ਮੇਰੇ ਕੋਲ ਇੱਕ ਵੈਲੋਸਿਟੀ ਵੈਕਟਰ ਹੈ,
ਧਿਆਨ ਨਾਲ ਸਮਝਣਾ ਬੱਚਾ, ਬੜਾ ਇੰਪੋਰਟੈਂਟ ਜੇ, ਵੈਰੀ ਵੈਰੀ ਇੰਪੋਰਟੈਂਟ। ਇਹ ਵੈਲੋਸਿਟੀ ਵੈਕਟਰ ਹੈ, ਇਹਨੂੰ ਮੈਂ ਸਕੇਲਰ ਨਾਲ ਮਲਟੀਪਲਾਈ ਕਰਤਾ। ਸਾਨੂੰ ਪਤਾ ਹੈ ਮਾਸ ਇਜ਼ ਅ ਸਕੇਲਰ, m ਮੈਨੇ ਮਾਸ, ਜਿਹੜਾ m ਹੁੰਦਾ ਹੈ ਸਾਨੂੰ ਪਤਾ ਹੀ ਹੈ ਮਾਸ ਜਿਹੜਾ ਮੇਰਾ ਸਕੇਲਰ ਕੁਆਂਟੀਟੀ ਹੈ। ਮੈਂ ਵੈਕਟਰ ਨੂੰ ਸਕੇਲਰ ਦੇ ਨਾਲ ਮਲਟੀਪਲਾਈ ਕਰਤਾ। ਹਾਂਜੀ ਸੋਚੋ ਪਿਛੇ ਕਿੰਨੇ ਆਪਾਂ ਡਾਇਮੈਂਸ਼ਨਲ ਫਾਰਮੂਲੇ ਪੜ੍ਹੇ, ਡਾਇਮੈਂਸ਼ਨਸ ਆਪਾਂ ਪੜ੍ਹੀਆਂ। ਇਹ ਕਾਹਦਾ ਫਾਰਮੂਲਾ ਹੈ? ਮਾਸ ਇਨਟੂ ਵੈਲੋਸਿਟੀ। ਜਦੋਂ ਮਾਸ ਨੂੰ ਵੈਲੋਸਿਟੀ ਨਾਲ ਮਲਟੀਪਲਾਈ ਕੀਤਾ ਸਾਡੇ ਕੋਲ ਆ ਗਿਆ ਮੋਮੈਂਟਮ। ਇਹ ਆ ਜਾਂਦਾ ਸਾਡੇ ਕੋਲ ਲੀਨੀਅਰ, ਇਟ ਇਜ਼ ਕਾਲਡ ਲੀਨੀਅਰ ਮੋਮੈਂਟਮ। ਹਾਂਜੀ ਕਲੀਅਰ। ਜਦੋਂ ਵੈਕਟਰ ਨੂੰ ਸਕੇਲਰ, ਆ ਜੇ ਸਕੇਲਰ, ਇਹਦੇ ਨਾਲ ਅਸੀਂ ਮਲਟੀਪਲਾਈ ਕੀਤਾ ਤੇ ਸਾਡੇ ਕੋਲ ਵੈਲੋਸਿਟੀ ਨਹੀਂ ਰਹੀ, ਵੈਲੋਸਿਟੀ ਚੇਂਜ ਹੋ ਕੇ ਸਾਡੇ ਕੋਲ ਕੀ ਬਣ ਗਿਆ? ਮੋਮੈਂਟਮ ਦੇ ਵਿੱਚ ਕਨਵਰਟ ਹੋ ਗਿਆ। v ਕੀ ਚੀਜ਼ ਹੈ? ਇਹ ਸਾਡੀ ਹੈਗੀ ਸੀ ਵੈਲੋਸਿਟੀ। ਵੈਲੋਸਿਟੀ ਨੂੰ ਸਕੇਲਰ ਦੇ ਨਾਲ ਮਲਟੀਪਲਾਈ ਕਰਤਾ। ਦੇਖੋ ਵੈਲੋਸਿਟੀ ਨੂੰ ਸਕੇਲਰ ਮਾਸ ਦੇ ਨਾਲ ਮਲਟੀਪਲਾਈ ਕਰਤਾ। ਹੁਣ ਵੈਲੋਸਿਟੀ ਨਹੀਂ ਰਹੀ, ਵੈਕਟਰ ਹੀ ਚੇਂਜ ਹੋ ਗਿਆ। ਉਹ ਸਾਡੇ ਕੋਲ ਕੀ ਬਣ ਗਿਆ? ਲੀਨੀਅਰ ਮੋਮੈਂਟਮ ਬਣ ਗਿਆ। ਇਹਦਾ ਮਤਲਬ ਜਦੋਂ ਵੀ ਅਸੀਂ ਜਿਹੜਾ ਹੈ ਵੈਕਟਰ ਨੂੰ ਸਕੇਲਰ ਨਾਲ ਮਲਟੀਪਲਾਈ ਕਰਾਂਗੇ ਨਾ, ਉਹ ਵੈਕਟਰ ਚੇਂਜ ਹੋ ਜਾਂਦਾ ਹੈ। ਹਾਂਜੀ ਕਲੀਅਰ। ਫੋਰ ਐਗਜ਼ਾਮਪਲ ਇੱਕ ਹੋਰ ਦੇਖੋ, ਜੇ ਸਾਡੇ ਕੋਲ ਐਕਸਲਰੇਸ਼ਨ ਹੈ, ਐਕਸਲਰੇਸ਼ਨ ਕੀ ਹੁੰਦਾ ਹੈ? ਆਪਣਾ ਵੈਕਟਰ ਕੁਆਂਟੀਟੀ, ਇਹਨੂੰ ਮਾਸ ਨਾਲ ਮਲਟੀਪਲਾਈ ਕਰਤਾ ma, ਐਂਡ ਯੂ ਨੋ ਦੈਟ ਦਾ ਫਾਰਮੂਲਾ ਕੀ ਬਣ ਜਾਏਗਾ ਸਾਡੇ ਕੋਲ? ਫੋਰਸ ਬਣ ਜਾਂਦੀ ਹੈ। ਹਾਂਜੀ ਕਲੀਅਰ। ਵੈਨ ਐਕਸਲਰੇਸ਼ਨ vector is multiplied by scalar mass, then we will get a new vector that is called the force। ਉਹਨੂੰ ਅਸੀਂ force ਬੋਲਦੇ ਹਾਂ। ਹਾਂਜੀ ਕਲੀਅਰ ਹੈ। ਇਹ ਕਿਉਂ ਚੇਂਜ ਹੋਇਆ? ਕਿਉਂਕਿ ਬੇਟਾ ਜਿਹੜਾ ਸਕੇਲਰ ਹੈ ਨਾ, ਇਹਦਾ ਆਪਣਾ ਯੂਨਿਟ ਹੁੰਦਾ ਹੈ, ਇਹਦਾ ਆਪਣਾ ਯੂਨਿਟ ਹੈ। ਮਾਸ ਦਾ ਯੂਨਿਟ ਕੀ ਹੁੰਦਾ ਹੈ? ਕਿਲੋਗ੍ਰਾਮ। ਐਕਸਲਰੇਸ਼ਨ ਦਾ ਹੁੰਦਾ ਹੈ ਮੀਟਰ ਪਰ ਸੈਕੰਡ ਸਕੁਅਰ, ਤੇ ਫੋਰਸ ਨਿਊਟਨ। ਇਹ ਸਾਡਾ ਨਿਊਟਨ ਬਣ ਗਿਆ। ਹਾਂਜੀ ਕਲੀਅਰ। ਇਹਦੇ ਵਿੱਚ ਵੀ ਦੇਖੋ ਵੈਲੋਸਿਟੀ ਮੀਟਰ ਪਰ ਸੈਕੰਡ, ਮਾਸ ਕਿਲੋਗ੍ਰਾਮ ਲੱਗ ਗਿਆ ਤੇ ਯੂਨਿਟ ਚੇਂਜ ਹੋ ਗਿਆ। ਜੇ ਯੂਨਿਟ ਚੇਂਜ ਹੋ ਗਿਆ ਫਿਰ ਸਾਡਾ ਉਹ ਵੈਕਟਰ ਰਿਹਾ ਹੀ ਨਹੀਂ, ਉਹ ਨਵਾਂ ਇੱਕ ਜਿਹੜਾ ਹੈ ਉਹ ਫਿਜ਼ੀਕਲ ਕੁਆਂਟੀਟੀ ਦੇ ਵਿੱਚ ਉਹ ਕਨਵਰਟ ਹੋ ਜਾਂਦਾ ਹੈ। ਕਲੀਅਰ ਹੈ। ਹੁਣ ਦੋ ਪੁਆਇੰਟ ਆਪਣੇ ਮਾਈਂਡ 'ਚ ਰੱਖ ਲਓ। ਪਹਿਲਾ ਪੁਆਇੰਟ, ਜਦੋਂ ਵੀ ਵੈਕਟਰ ਨੂੰ ਰੀਅਲ ਨੰਬਰ ਨਾਲ ਮਲਟੀਪਲਾਈ ਕਰਨਾ ਹੈ, 2 3 5 6 7 ਮਾਈਨਸ 'ਚ ਹੋਵੇ ਭਾਵੇਂ ਪਲੱਸ 'ਚ ਹੋਵੇ, ਵੈਕਟਰ ਸੇਮ ਰਹੇਗਾ, ਕਿਉਂਕਿ 2 3 5 6 ਦਾ ਕੋਈ ਆਪਣਾ ਯੂਨਿਟ ਨਹੀਂ ਹੁੰਦਾ। ਜੇ ਯੂਨਿਟ ਨਹੀਂ ਹੈ, ਯੂਨਿਟ ਤਾਂ ਸੇਮ ਰਿਹਾ, ਉਦੋਂ ਵੈਕਟਰ ਚੇਂਜ ਨਹੀਂ ਹੁੰਦਾ। ਪਰ ਜਦੋਂ ਵੀ ਵੈਕਟਰ ਨੂੰ ਅਸੀਂ ਸਕੇਲਰ ਦੇ ਨਾਲ ਮਲਟੀਪਲਾਈ ਕਰ ਦਾਂਗੇ, ਫਿਰ ਸਕੇਲਰ ਦਾ ਆਪਣਾ ਬੇਟਾ ਯੂਨਿਟ ਹੁੰਦਾ ਹੈ, ਤੇ ਯੂਨਿਟ ਆਨ ਕਰਕੇ ਉਹ ਵੈਕਟਰ ਜਿਹੜਾ ਹੈ ਉਹ ਸਾਡਾ ਚੇਂਜ ਹੋ ਜਾਂਦਾ ਹੈ। ਉਹ ਫਿਜ਼ੀਕਲ ਕੁਆਂਟੀਟੀ ਹੀ ਚੇਂਜ ਹੋ ਗਈ। ਇੱਥੇ ਵੈਲੋਸਿਟੀ ਗੈਟ ਕਨਵਰਟਡ ਇਨਟੂ ਮੋਮੈਂਟਮ, ਇੱਥੇ ਐਕਸਲਰੇਸ਼ਨ ਗੈਟ ਕਨਵਰਟਡ ਇਨਟੂ ਦਾ ਫੋਰਸ। ਹਾਂਜੀ ਕਲੀਅਰ। ਆਈ ਥਿੰਕ ਕਿ ਤੁਹਾਨੂੰ ਅੱਜ ਦਾ ਜਿਹੜਾ ਟੌਪਿਕ ਹੈ ਡਿਸਪਲੇਸਮੈਂਟ ਵੈਕਟਰ, ਪੋਜੀਸ਼ਨ ਵੈਕਟਰ and multiplication of a vector by real number and multiplication of vector by scalar, ਉਹ ਅੱਛੇ ਤਰੀਕੇ ਨਾਲ ਜਿਹੜਾ ਹੈ ਉਹ ਕਲੀਅਰ ਹੋ ਗਿਆ। ਤੇ ਬੇਟਾ ਜਿਹੜਾ ਜਿੰਨੇ ਵੀ ਵੀਡੀਓਜ਼ ਮੈਂ ਪਾਣਾ ਉਹ ਪੂਰੀਆਂ ਦੇਖਿਆ ਕਰੋ, ਤੇ ਚੈਨਲਸ ਨੂੰ ਜਿਹੜਾ ਮੇਰਾ ਚੈਨਲ ਹੈ YouTube ਦੀਪ ਕਲਾਸਿਸ ਆਫ ਫਿਜ਼ਿਕਸ, ਇਹਨੂੰ ਜਿਹੜਾ ਲਾਈਕ ਵੀ ਕਰਿਆ ਕਰੋ, ਤੇ ਜਿਹੜਾ ਚੈਨਲ ਨੂੰ ਜਿਹੜਾ ਹੈ ਸਬਸਕ੍ਰਾਈਬ ਵੀ ਕਰਨਾ ਹੈ। ਥੈਂਕ ਯੂ।